हाँ जी बेटा, ये अपना जिहड़ा हैगा 4 ਦਸੰਬਰ ਦਾ ਲੈਕਚਰ ਹੈਗਾ ਜਿਸ 'ਚ ਆਪਾਂ ਨੇ ਲਾਪਲੇਸ ਟਰਾਂਸਫਾਰਮ ਚੈਪਟਰ ਸਟਾਰਟ ਕੀਤਾ ਹੋਇਆ ਹੈਗਾ। ਨੈਕਸਟ ਆਪਾਂ ਕਰਾਂਗੇ ਲਾਪਲੇਸ ਟਰਾਂਸਫਾਰਮ ਆਫ ਸਮ ਐਲੀਮੈਂਟਰੀ ਫੰਕਸ਼ਨਸ। ਠੀਕ ਹੈ, ਲਾਪਲੇਸ ਟਰਾਂਸਫਾਰਮ ਆਫ ਸਮ ਐਲੀਮੈਂਟਰੀ ਫੰਕਸ਼ਨਸ ਇਹਦੇ ਵਿੱਚ ਹੈ। ਇਹ ਬੇਟਾ ਨੀਚੇ ਹੀ ਹੈ ਕੁਝ ਫੰਕਸ਼ਨਸ ਹੈ ਜਿਨ੍ਹਾਂ ਨੂੰ ਐਜ਼ ਫਾਰਮੂਲਾ ਆਪਾਂ ਲਾਪਲੇਸ ਦੇ ਵਿੱਚ ਯਾਦ ਵੀ ਰੱਖਾਂਗੇ ਅਤੇ ਇਹਨਾਂ ਦੇ ਪ੍ਰੂਫ ਦਿੱਤੇ ਹੋਏ ਹੈਗੇ। ਇਹਨਾਂ ਨੂੰ ਆਪਾਂ ਇੱਕ 1 ਬਾਏ 1 ਇਹਨਾਂ ਦਾ ਪ੍ਰੂਫ ਕਰਾਂਗੇ ਅਤੇ ਇਹਨਾਂ ਨੂੰ ਬਾਅਦ ਦੇ ਵਿੱਚ ਐਜ਼ ਫਾਰਮੂਲਾ ਆਪਾਂ ਅੱਗੇ ਐਗਜ਼ਾਮਪਲਸ ਨੂੰ ਸੋਲਵ ਕਰਨ ਵਾਸਤੇ, ਸਮਝ ਨੂੰ ਸੋਲਵ ਕਰਨ ਵਾਸਤੇ ਯੂਜ਼ ਕਰਾਂਗੇ। ਕਲੀਅਰ? ਤਾਂ ਸਭ ਤੋਂ ਪਹਿਲਾਂ ਆਪਣੇ ਕੋਲ ਹੈਗਾ L1। ਠੀਕ ਹੈ, 1 ਦਾ ਮਤਲਬ FT ਦੀ ਵੈਲਿਊ ਦੇਖੋ, ਫਾਰਮੂਲਾ ਤੁਹਾਨੂੰ ਲਾਸਟ ਟਾਈਮ ਮੈंने ਕਰਵਾਇਆ ਸੀਗਾ ਦਿਸ ਵਨ। ਇਹ ਫਾਰਮੂਲਾ ਤੁਸੀਂ ਯਾਦ ਰੱਖਣਾ ਹੈ। ਇਹਨੂੰ FS = LFT ਵੀ ਲਿਖ ਦਿੰਦੇ। FT ਤੁਹਾਨੂੰ ਕੋਈ ਨਾ ਕੋਈ ਰੀਅਲ ਵੈਲਿਊ ਫੰਕਸ਼ਨ ਗਿਵਨ ਹੋਏਗਾ। ਇੰਟੀਗਰਲ 0 to ∞ e -st FT dt। ਕਲੀਅਰ? ਇਹ ਤੁਹਾਡਾ ਜਿਹੜਾ ਲਾਪਲੇਸ ਦਾ ਫਾਰਮੂਲਾ ਹੈਗਾ ਜਿਹਨੂੰ ਕਿ ਯਾਦ ਰੱਖਣਾ ਆਪਾਂ ਯੂਜ਼ ਕਰਾਂਗੇ। FT ਦੀ ਵੈਲਿਊ ਤੁਹਾਨੂੰ ਗਿਵਨ ਹੋਏਗੀ। ਠੀਕ ਹੈ, ਇਹਨੂੰ LFT ਵੀ ਲਿਖਿਆ ਜਾਂਦਾ ਅਤੇ FS ਵੀ ਲਿਖਿਆ ਜਾਂਦਾ ਹੈਗਾ। ਨਾਓ ਆਪਾਂ ਜਿਹੜਾ ਹੈਗਾ ਰਿਜ਼ਲਟ ਪ੍ਰੂਫ ਕਰਾਂਗੇ। ਫਸਟ L1 ਵਾਸਤੇ FT ਦੀ ਵੈਲਿਊ 1 ਗਿਵਨ ਹੈ, ਵੈਲਿਊ ਪੁੱਟ ਕਰ ਦਿੱਤੀ ਫਾਰਮੂਲੇ 0 to ∞ -st 1 dt। ਆਪਾਂ ਨੇ ਇਹਨੂੰ ਲਿਖ ਲਿਆਗਾ ਲਿਮਿਟ t ਅਪਰੋਚਿਸ ਇਨਫਿਨਿਟੀ ਇੰਟੀਗਰਲ 0 to t e -st dt। ਇਹਦਾ ਇੰਟੀਗਰਲ ਲੈ ਲਿਆ, ਇੰਟੀਗਰਲ ਲੱਤਾ 0 to t, ਲਿਮਿਟਸ ਆ ਗਈਆਂ, ਲਿਮਿਟਸ ਪੁੱਟ ਕਰ ਦਿੱਤੀਆਂ ਆਪਾਂ ਨੇ। e ਦੀ 0 ਦੀ ਵੈਲਿਊ 1 ਆ ਜਾਏਗੀ, e ਦੀ -st ਹੈ, ਇਹਨੂੰ ਵਟੇ 'ਚ ਲਿਖ ਲਓ 1/e ਦੀ st ਪੋਜ਼ੀਟਿਵ ਹੋ ਗਿਆ ਤਾਂ t ਦੀ ਵੈਲਿਊ ਇਨਫਿਨਿਟੀ ਪੁੱਟ ਕੀਤੀ ਤਾਂ 1/∞ ਬਣ ਗਿਆ ਦੈਟ ਇਜ਼ ਇਕੁਅਲ ਟੂ 0। ਤਾਂ ਯਾਨੀ ਕਿ ਇੱਥੋਂ ਆਪਣੇ ਕੋਲ ਇਹਨੂੰ ਸੋਲਵ ਕਰਕੇ 1/s ਆ ਜਾਏਗਾ। ਇਹ ਵੈਲਿਊ ਯਾਦ ਰੱਖਣੀ ਹੈ ਕਿ L1 ਦੀ ਵੈਲਿਊ ਆਪਣੇ ਕੋਲ 1/s ਹੁੰਦੀ ਹੈ। ਨੈਕਸਟ ਇਜ਼ ਦਾ ਸੈਕਿੰਡ ਪਾਰਟ ਵੈਨ FT = ਸਮ ਪਾਵਰ ਆਫ t। ਠੀਕ ਹੈ, t ਦੀ ਪਾਵਰ ਅਲਫਾ ਟਾਈਪ ਜਾਂ t ਦੀ ਪਾਵਰ n ਤੁਸੀਂ ਲਿਖ ਸਕਦੇ ਹੋ। ਵੇਅਰ ਅਲਫਾ ਜਿਹੜਾ ਹੁੰਦਾ ਉਹ ਗ੍ਰੇਟਰ ਦੈਨ -1 ਹੈ। ਗ੍ਰੇਟਰ ਦੈਨ -1 ਦਾ ਮਤਲਬ ਕੀ ਹੈ, ਵੈਲਿਊਜ਼ ਇਹਦੇ 0 1 2 3 ਅਪ ਟੂ ਇਨਫਿਨਿਟੀ ਜਾਣਗੀਆਂ ਐਂਡ s ਇਜ਼ ਗ੍ਰੇਟਰ ਦੈਨ 0। ਬਸ ਇਹਦੇ ਵਿੱਚ ਕਿ 0 ਇਨਕਲੂਡ ਹੈਗਾ, ਇਸ ਚੀਜ਼ ਦਾ ਧਿਆਨ ਰੱਖਣਾ ਹੈਗਾ। ਤਾਂ ਇਹਨੂੰ ਜਦੋਂ ਆਪਾਂ ਸੋਲਵ ਕਰਾਂਗੇ, ਠੀਕ ਹੈ, ਆਪਾਂ ਉਸੇ ਤਰ੍ਹਾਂ ਕਰਾਂਗੇ। ਇੱਥੇ FT ਦੀ ਵੈਲਿਊ t ਦੀ ਅਲਫਾ ਹੈ, t ਦੀ ਅਲਫਾ ਆਪਾਂ ਨੇ ਪੁੱਟ ਕਰ ਦਿੱਤਾ। ਉਸ ਤੋਂ ਬਾਅਦ ਆਪਾਂ ਨੇ ਕੀ ਕੀਤਾ, ਇਹਦੇ ਵਿੱਚ ਪੁੱਟ ਕੀਤਾ ਹੈ ਕੁਛ ਇੰਟੀਗਰਲ ਨੂੰ ਸੋਲਵ ਕਰਨ ਵਾਸਤੇ ST = y ਪੁੱਟ ਕਰਾਂਗੇ ਆਪਾਂ। ਕਲੀਅਰ? ਤਾਂ SDT = dy ਹੋ ਜਾਏਗਾ। ਵੈਲਿਊਜ਼ ਪੁੱਟ ਕਰ ਦਿੱਤੀਆਂ ਆਪਾਂ ਨੇ। t ਦੀ ਵੈਲਿਊ ਪੁੱਟ ਕੀਤੀ y/s, dt ਦੀ ਵੈਲਿਊ dy/s ਅਤੇ e ਦੀ -y ਹੋ ਗਿਆ ਆਪਣੇ ਕੋਲ। s ਆਪਣੇ ਕੋਲ ਇੱਥੇ ਕੌਨਸਟੈਂਟ ਹੈ, ਸਿਰਫ y ਵੇਰੀਏਬਲ ਹੈ, y ਵਾਲੀਆਂ ਵੈਲਿਊਜ਼ ਰੱਖਾਂਗੇ। s ਨੂੰ ਆਪਾਂ ਬਾਹਰ ਕੱਢ ਦਿੱਤਾ, s ਦੀ ਪਾਵਰ α+1 ਬਣ ਗਿਆ। e ਦੀ -y y α, ਇਹ ਜਿਹੜੀ ਵੈਲਿਊ ਹੁੰਦੀ ਹੈ ਬੇਟਾ ਦਿਸ ਇਜ਼ ਦਾ ਵੈਲਿਊ ਆਫ ਗਾਮਾ ਫੰਕਸ਼ਨ, ਗਾਮਾ α+1। ਠੀਕ ਹੈ, ਦਿਸ ਇਜ਼ ਦਾ ਵੈਲਿਊ ਆਫ ਗਾਮਾ ਫੰਕਸ਼ਨ ਹੁੰਦਾ। ਗਾਮਾ ਫੰਕਸ਼ਨ ਆਪਾਂ ਪਿੱਛੇ ਕਰਕੇ ਆਏ ਹੈਗੇ। ਕਲੀਅਰ? ਤਾਂ ਇਹ ਗਾਮਾ ਫੰਕਸ਼ਨ ਆਪਾਂ ਨੇ ਇੱਥੇ ਲਿਖ ਦਿੱਤਾ ਗਾ। ਜੇ ਆਪਾਂ ਗਾਮਾ ਨੂੰ ਲੈ ਕੇ ਚੱਲੀਏ α = n = 0 1 2 ਤੈਨੂੰ t ਦੀ ਪਾਵਰ n 'ਚ ਆਪਾਂ ਲਿਖ ਸਕਦੇ ਹਾਂ ਫੈਕਟੋਰੀਅਲ n, ਕਿਉਂਕਿ ਗਾਮਾ n+1 = ਫੈਕਟੋਰੀਅਲ n ਦੇ ਇਕੁਅਲ ਹੁੰਦਾ ਹੈਗਾ। ਕਲੀਅਰ? ਵੇਅਰ n ਕੀ ਹੈਗੇ, ਨੈਚੁਰਲ ਨੰਬਰਸ ਯੂਨੀਅਨ 0 ਵੀ ਇਹਦੇ ਵਿੱਚ ਆ ਗਿਆ। ਤੁਹਾਨੂੰ ਸਟਾਰਟਿੰਗ ਦੱਸਿਆ ਸੀਗਾ 0 ਅਲਫਾ ਨੂੰ ਆਪਾਂ ਵੈਲਿਊਜ਼ ਦੇਣੇ 0 1 2 3 ਤਾਂ n ਨੂੰ ਵੀ ਆਪਾਂ ਉਹੀ ਵੈਲਿਊਜ਼ ਦੇਣੀ ਹੈ ਫੈਕਟੋਰੀਅਲ n/s n+1। ਇਹ ਤੁਸੀਂ ਫਾਰਮੂਲਾ ਯਾਦ ਰੱਖ ਸਕਦੇ ਹੋਗੇ, ਜਿਹਨੂੰ ਕਿ ਤੁਸੀਂ ਸਮਝ ਦੇ ਵਿੱਚ ਯੂਜ਼ ਕਰਨਾ ਹੈਗਾ ਫੈਕਟੋਰੀਅਲ n/s n+1। ਕਲੀਅਰ? ਨੈਕਸਟ ਆਪਣੇ ਕੋਲ ਇਹ ਹੈਗਾ e ਦੀ ਪਾਵਰ α/t। ਠੀਕ ਹੈ, FT ਦੀ ਵੈਲਿਊ ਆਪਾਂ ਨੂੰ e ਦੀ ਪਾਵਰ α/t ਦਿੱਤੀ ਹੋਈ ਹੈਗੀ। ਬੇਸ ਸੇਮ ਹੈ, ਪਾਵਰਸ ਨੂੰ ਆਪਾਂ ਪਲੱਸ ਕਰ ਦਿੱਤਾ, ਮਾਈਨਸ ਸੀਗਾ ਮਾਈਨਸ ਆ ਗਿਆ α -s × t। ਠੀਕ ਹੈ, ਲਿਮਿਟ ਲਿਖ ਲਈ t ਅਪਰੋਚਿਸ ਇਨਫਿਨਿਟੀ 0 to t। ਇਹਦਾ ਇੰਟੀਗਰਲ ਲੈ ਲਓ ਸਿੰਪਲ। ਠੀਕ ਹੈ, ਇੰਟੀਗਰਲ ਲੈ ਲੈਣਾ ਆਪਾਂ ਨੇ। ਇੰਟੀਗਰਲ ਲੱਤਾ, ਲਿਮਿਟਸ ਪੁੱਟ ਕਰ ਦਿੱਤੀਆਂ ਹੈਗੀਆਂ। ਸੋਲਵ ਕਰਕੇ ਤੁਹਾਡੇ ਕੋਲ ਬੇਟਾ ਇਹਦੀ ਵੈਲਿਊ ਕੀ 1/s - α ਆ ਜਾਏਗੀ। ਇਹ ਫਾਰਮੂਲਾ ਹੀ ਇਹਦਾ, ਇਹਨੂੰ ਯਾਦ ਰੱਖਣਾ ਕਿ e ਦੀ α/t ਦੀ ਵੈਲਿਊ
ਲਾਪਲੇਸ ਦੇ ਵਿੱਚ 1/s ਮਾਈਨਸ ਅਲਫਾ ਹੁੰਦੀ ਹੈ। ਇਹ ਸਾਰੇ ਫਾਰਮੂਲੇ ਇੰਪੋਰਟੈਂਟ ਹੈ, ਇਹਨਾਂ ਦੇ ਅਕੋਰਡਿੰਗ ਹੀ ਆਪਣਾ ਜਿਹੜਾ ਲਾਪਲੇਸ ਚੱਲੇਗਾ। ਉਸ ਤੋਂ ਬਾਅਦ ਐਫ ਟੀ ਦੀ ਵੈਲੂ ਹੈਗੀ ਆਪਣੇ ਕੋਲ ਨੇ ਸਾਈਨ ਅਲਫਾ ਟੀ। ਠੀਕ ਹੈ, ਸਾਈਨ ਜਿਹੜਾ ਹੈਗਾ ਇਹ ਪੜਿਆ ਹੋਇਆ ਸਾਈਨ ਅਲਫਾ ਸਾਈਨ ਅਲਫਾ ਟੀ ਦੀ ਵੈਲਿਊ ਹੁੰਦੀ ਹੈ ਈ ਦੀ ਪਾਵਰ 'ਚ ਈ ਦੀ ਅਲਫਾ ਟੀ ਮਾਈਨਸ ਈ ਦੀ ਮਾਈਨਸ ਅਲਫਾ ਟੀ ਅਪੋਨ 2। ਠੀਕ ਹੈ, ਇਹ ਵੈਲਿਊ ਆਪਾਂ ਨੇ ਇੱਥੇ ਪੁੱਟ ਕਰ ਦਿੱਤੀ। ਇਹ ਲਾਪਲੇਸ ਦੇ ਵਿੱਚ ਇੰਟੀਗਰਲ 0 to ਇਨਫਿਨਿਟੀ ਦੀ ਮਾਈਨਸ ਐਸ ਟੀ ਦੀ ਅਲਫਾ ਟੀ ਮਾਈਨਸ ਈ ਦੀ ਮਾਈਨਸ ਅਲਫਾ ਟੀ ਅਪੋਨ 2। ਕਲੀਅਰ, 1/2 ਬਾਹਰ ਕੱਢ ਲਿੱਤਾ, ਪਾਵਰਸ ਨੂੰ ਪਲੱਸ ਕਰ ਦੇਵਾਂਗੇ ਇੱਥੇ ਆਪਾਂ। ਉਸ ਤੋਂ ਬਾਅਦ ਇਹਨੂੰ ਸੋਲਵ ਕਰ ਲੈਣਾ ਬੇਟਾ। ਠੀਕ ਹੈ ਨਾ, ਇੰਟੀਗਰਲ ਲੈ ਲਿਆ ਗਾ, ਲਿਮਿਟਸ ਪੁੱਟ ਕਰ ਦੇਵਾਂਗੇ। ਕਲੀਅਰ, ਕੋਈ ਪ੍ਰੋਬਲਮ ਨਹੀਂ ਆਏਗੀ, ਈਜ਼ੀ ਸਟੈਪਸ ਆ ਸਾਰੇ। ਠੀਕ ਹੈ, ਇੰਟੀਗਰਲ ਲੈ ਲਵਾਂਗੇ, 1/∞ ਦੀ ਵੈਲੂ 0 ਪੁੱਟ ਕਰ ਦੇਵਾਂਗੇ ਤਾਂ ਆਪਣੇ ਕੋਲ ਰਿਜ਼ਲਟ ਬਣ ਜਾਏਗਾ α/s ਸਕੁਅਰ ਮਾਈਨਸ ਅਲਫਾ ਸਕੁਅਰ। ਕਲੀਅਰ, ਫਿਰ ਐਸ ਕੀ ਹੋਏਗਾ ਗ੍ਰੇਟਰ ਦੈਨ ਨੂਮੈਰੀਕਲੀ ਅਲਫਾ। ਇਸ ਰਿਜ਼ਲਟ ਨੂੰ ਬੇਟਾ ਤੁਸੀਂ ਯਾਦ ਰੱਖਣਾ, ਇਹਨੂੰ ਆਪਾਂ ਸਮਸ ਦੇ ਵਿੱਚ ਯੂਜ਼ ਕਰਾਂਗੇ ਕਿ ਐਲ ਸਾਈਨ ਅਲਫਾ ਟੀ ਇਜ਼ ਇਕੁਅਲ ਟੂ ਹੁੰਦਾ ਆਪਣੇ ਕੋਲ α/s ਸਕੁਅਰ ਮਾਈਨਸ ਅਲਫਾ ਸਕੁਅਰ। ਕਲੀਅਰ, ਸਿਮਿਲਰਲੀ ਅਗਲਾ ਜਿਹੜਾ ਪਾਰਟ ਹੈ ਉਹ ਕੋਸ਼ ਅਲਫਾ ਟੀ ਵਾਸਤੇ ਹੈ। ਕੋਸ਼ ਅਲਫਾ ਟੀ ਦੀ ਵੈਲੂ ਆਪਾਂ ਨੂੰ ਪਤਾ ਹੈ ਈ ਦੀ ਪਾਵਰ 'ਚ ਈ ਦੀ ਅਲਫਾ ਟੀ ਪਲੱਸ ਈ ਦੀ ਮਾਈਨਸ ਅਲਫਾ ਟੀ ਅਪੋਨ 2 ਹੁੰਦਾ। ਬਾਕੀ ਸਾਰਾ ਆਪਾਂ ਲਾਸਟ ਕੀਤਾ ਸਾਈਨ ਅਲਫਾ ਵਾਲਾ, ਸੇਮ ਸਟੈਪਸ ਚੱਲਣਗੇ ਉਵੇਂ। ਇੰਟੀਗਰਲ ਵਗੈਰਾ ਲੈ ਕੇ ਲਿਮਿਟਸ ਪੁੱਟ ਕਰ ਦਿਓ। ਰਿਜ਼ਲਟ ਹੈ ਜਿਹੜਾ ਉਹ ਯਾਦ ਰੱਖਣਾ ਤੁਸੀਂ। ਕੋਸ਼ 'ਚ ਵੈਲਿਊ ਹੁੰਦੀ ਹੈ s/s ਸਕੁਅਰ ਮਾਈਨਸ ਅਲਫਾ ਸਕੁਅਰ, ਜਦਕਿ ਸਾਈਨ ਦੇ ਵਿੱਚ ਵੈਲਿਊ ਹੁੰਦੀ ਹੈ α/s ਸਕੁਅਰ ਮਾਈਨਸ ਅਲਫਾ ਸਕੁਅਰ। ਠੀਕ ਹੈ, ਨੀਚੇ ਵਾਲਾ ਸੇਮ ਹੈ, ਬਸ ਸਾਈਨ 'ਚ ਅਲਫਾ ਆ ਜਾਂਦਾ, ਕੋਸ਼ 'ਚ ਐਸ ਆ ਜਾਏਗਾ। ਕਲੀਅਰ, ਉਸ ਤੋਂ ਬਾਅਦ ਅੱਗੇ ਹੈਗਾ ਆਪਣੇ ਕੋਲ ਸਾਈਨ ਅਲਫਾ ਟੀ। ਠੀਕ ਹੈ, ਸਾਈਨ ਅਲਫਾ ਟੀ ਨੂੰ ਸੋਲਵ ਕਰਨ ਵਾਸਤੇ ਆਪਾਂ ਕੀ ਕੀਤਾ, ਵੈਲਿਊਜ਼ ਪੁੱਟ ਕਰ ਦਿੱਤੀਆਂ। ਲਿਮਿਟ ਟੀ ਅਪਰੋਚਿਜ਼ ਇਨਫਿਨਿਟੀ 0 to t ਲਿਖ ਲਿਆ, ਈ ਦੀ ਮਾਈਨਸ ਐਸ ਟੀ ਸਾਈਨ ਅਲਫਾ ਟੀ। ਇਹਨੂੰ ਤੁਸੀਂ ਕਿਸ ਤਰ੍ਹਾਂ ਸੋਲਵ ਕਰਨਾ ਹੈਗਾ, ਦੇਖੋ ਇਸ 'ਚ ਆਪਾਂ ਵਾਲਾ ਫਾਰਮੂਲਾ ਯੂਜ਼ ਕਰਾਂਗੇ। ਇਹ ਆਪਾਂ ਕੀਤਾ ਹੋਇਆ ਛੋਟੀਆਂ ਕਲਾਸਾਂ 'ਚ ਕਿ ਇੰਟੀਗਰਲ ਈ ਦੀ ਏ ਐਕਸ ਸਾਈਨ ਬੀ ਐਕਸ ਪਲੱਸ ਸੀ ਦੀ ਵੈਲਿਊ ਕੀ ਹੁੰਦੀ ਹੈ, ਈ ਦੀ ਏ ਐਕਸ ਅਪੋਨ ਏ ਸਕੁਅਰ ਪਲੱਸ ਬੀ ਸਕੁਅਰ, ਏ ਸਾਈਨ ਬੀ ਐਕਸ ਪਲੱਸ ਸੀ ਮਾਈਨਸ ਤੇ ਬੀ ਕੋਸ ਬੀ ਐਕਸ ਪਲੱਸ ਸੀ। ਦੇਖੋ ਤੋਂ ਧਿਆਨ ਨਾਲ ਦੇਖੋ, ਸੀ ਨਹੀਂ ਆਪਣੇ ਕੋਲ ਹੈਗਾ, ਸਿੰਪਲ ਬੀ ਐਕਸ ਵਾਸਤੇ ਵੀ ਆਪਾਂ ਜਿਹੜਾ ਫਾਰਮੂਲਾ ਅਲਫਾ ਟੀ ਇਜ਼ ਇਕੁਅਲ ਟੂ ਬੀ ਐਕਸ ਵਾਸਤੇ ਆਪਾਂ ਫਾਰਮੂਲਾ ਯੂਜ਼ ਕਰ ਸਕਦੇ ਹੈਗੇ। ਕਲੀਅਰ, ਏ ਦੀ ਜਗ੍ਹਾ 'ਤੇ ਤੁਹਾਡੇ ਕੋਲ ਹੈਗਾ ਐਸ ਅਤੇ ਬੀ ਦੀ ਜਗ੍ਹਾ 'ਤੇ ਹੈਗਾ ਅਲਫਾ, ਐਕਸ ਦੀ ਜਗ੍ਹਾ 'ਤੇ ਟੀ, ਸੀ ਆਪਣੇ ਕੋਲ 0 ਹੈ ਇੱਕ ਤਰ੍ਹਾਂ। ਇਹ ਫਾਰਮੂਲਾ ਇੱਥੇ ਆਪਾਂ ਨੇ ਅਪਲਾਈ ਕੀਤਾ। ਈ ਦੀ ਮਾਈਨਸ ਐਸ ਟੀ ਦੇਖੋ, ਹਾਂ ਜੀ ਠੀਕ ਹੈ, ਮਾਈਨਸ ਐਸ ਆਪਣੇ ਕੋਲ ਈ ਦੀ ਮਾਈਨਸ ਐਸ ਟੀ ਅਪੋਨ ਐਸ ਸਕੁਅਰ ਪਲੱਸ ਅਲਫਾ ਸਕੁਅਰ ਮਾਈਨਸ ਐਸ ਸਾਈਨ ਅਲਫਾ ਟੀ ਮਾਈਨਸ ਅਲਫਾ ਕੋਸ ਅਲਫਾ ਟੀ। ਕਲੀਅਰ, ਇਹ ਵੈਲਿਊਜ਼ ਆਪਣੇ ਕੋਲ। ਇਹਨੂੰ ਤੁਸੀਂ ਕੀ ਕਰਨਾ, ਹੁਣ ਸੋਲਵ ਕਰ ਲੈਣੇ ਹੈਗੇ। ਸੋਲਵ ਕਰੋਗੇ -1/s ਸਕੁਅਰ ਪਲੱਸ ਅਲਫਾ ਸਕੁਅਰ ਬਾਹਰ ਆ ਜਾਏਗਾ। ਈ ਦੀ ਮਾਈਨਸ ਐਸ ਟੀ ਨਾਲ ਆਪਾਂ ਕੀ ਕਰਾਂਗੇ, ਇਹਨੂੰ ਮਲਟੀਪਲਾਈ ਕਰ ਦੇਵਾਂਗੇ ਅਤੇ ਲਿਮਿਟਸ ਪੁੱਟ ਕਰ ਦੇਣੀਆਂ 0 to t, ਜਿਹੜੀਆਂ ਲਿਮਿਟ ਸੀਗੀਆਂ ਉਹ ਪੁੱਟ ਕਰ ਦਿੱਤੀਆਂ। ਤਾਂ ਇਹਨੂੰ ਸੋਲਵ ਕਰਕੇ ਆਪਣੇ ਕੋਲ ਵੈਲਿਊ ਆ ਗਈ ਬੇਟਾ ਸਾਈਨ ਅਲਫਾ ਟੀ ਦੀ α/s ਸਕੁਅਰ ਅਲਫਾ ਪਲੱਸ ਅਲਫਾ। ਕਲੀਅਰ, ਸਾਈਨ ਦੇ ਵਿੱਚ ਬਸ ਫਰਕ ਸੀਗਾ, ਇੱਥੇ ਮਾਈਨਸ ਸੀਗਾ, ਸਾਈਨ ਦੇ ਵਿੱਚ ਆਪਣੇ ਕੋਲ ਪਲੱਸ ਦਾ ਆ ਜਾਏਗਾ। ਸਿਮਿਲਰਲੀ ਕੋਸ ਅਲਫਾ ਟੀ ਵਾਸਤੇ ਸੋਲਵ ਕਰਾਂਗੇ, ਇਸ 'ਚ s/s ਸਕੁਅਰ ਪਲੱਸ ਅਲਫਾ ਸਕੁਅਰ ਆ ਜਾਏਗਾ। ਕਲੀਅਰ ਬੇਟਾ, ਇਸ ਤਰ੍ਹਾਂ ਇਹਨੂੰ ਆਪਾਂ ਕੀ ਕਰਨਾ, ਸੋਲਵ ਕਰਨਾ ਹੈਗਾ, ਈਜ਼ੀ ਹੈ। ਉਸ ਤੋਂ ਬਾਅਦ ਜਿਹੜੇ ਆਹ ਰਿਜ਼ਲਟਸ ਹੈ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਯਾਦ ਰੱਖਣਾ, ਟੀ ਦੀ ਪਾਵਰ n ਵਾਸਤੇ ਫੈਕਟੋਰੀਅਲ n ਅਪੋਨ s ਦੀ ਪਾਵਰ n+1। ਤਾਂ ਜਦੋਂ ਆਪਾਂ n ਦੀ ਵੈਲਿਊ 0 ਪੁੱਟ ਕਰਦੇ ਹਾਂ ਦੈਟ ਇਜ਼ 1, ਤਾਂ ਇਹਦੀ ਵੈਲਿਊ ਕੀ ਹੁੰਦੀ ਹੈ 1/s। ਆਪਾਂ ਸਟਾਰਟਿੰਗ 'ਚ ਪ੍ਰੂਵ ਵੀ ਕੀਤਾ ਹੈਗਾ। ਜੇ ਟੀ ਦੀ ਵੈਲਿਊ 1 ਹੈਗੀ ਤਾਂ ਇਹਦੀ ਵੈਲਿਊ ਬਣ ਜਾਏਗੀ 1/s ਸਕੁਅਰ। ਜੇ ਟੀ ਦੀ ਵੈਲਿਊ 2 ਹੈ ਤਾਂ ਫੈਕਟੋਰੀਅਲ 2/s ਕਿਊਬ। ਇਸ ਤਰ੍ਹਾਂ ਇਹ ਜਿਹੜਾ ਹੈਗਾ ਆਪਣੇ ਕੋਲ ਚੱਲੇਗਾ। ਅਗਲਾ ਹੋਏਗਾ ਫੈਕਟੋਰੀਅਲ 3।
फैक्टोरियल 3/S4 इस तरह आप इनू सॉल्व कर सकते यूज़ करांगे। नैक्सट अपने को है लाप्लेस ट्रांसफॉर्म ऑफ यूनिट स्टैप फंक्शन। ठीक है, लाप्लेस ट्रांसफॉर्म ऑफ यूनिट स्टैप फंक्शन की है द यूनिट स्टैप फंक्शन इज़ डिफाइंड। यूनिट स्टैप फंक्शन जो होंगे इस तरह होएगा यू टी माइनस अल्फा इज इक्वल टू यदि वैल्यू 1 होएगी जो टी ग्रेटर दैन इक्वल टू अल्फा होएगा तो यदि वैल्यू 0 होएगी वैन टी इज़ लैस दैन अल्फा। फिर अल्फा की वैल्यू हमेशा ग्रेटर दैन इक्वल टू 0 होंगी हैगी। क्लीयर। पार्टिकुलर केस अपने को होगा यू टी इज़ इक्वल टू 1 हो जाएगा जो टी ग्रेटर दैन इक्वल टू 0 है। जो टी की वैल्यू लैस दैन 0 है तो ये वैल्यू 0 हो जाएगी। क्लीयर। तो हुण आप यू टी माइनस अल्फा वास्ते लाप्लेस कढ़ांगे एफ टी की वैल्यू यू टी माइनस अल्फा अपने को इनू पुट कर दिता अपने लाप्लेस फार्मूले च। क्लीयर। उस तो बाद लिमिट्स ब्रेक कर लें क्योंकि अल्फा के उत्ते कंडीशन है 0 टू अल्फा तो अल्फा टू इनफिनिटी लता जो अपने को 0 टू अल्फा है तो यदी वैल्यू 0 है आपू गिवन है टी लैस दैन अल्फा वास्ते तो अल्फा टू इनफिनिटी वास्ते यदी वैल्यू 1 गिवन अपने 1 पुट कर दिता। उस तो बाद इंटीग्रल लैके अपने वैल्यू कर लेती ई दी माइनस एस अल्फा अपॉन ई एस। पर्टिकुलर केस जो आप लवेंगे तो यदी वैल्यू की आप पुट कर देनी हैगी जो टी ग्रेटर दैन 0 1 अपॉन एस आ जाएगा अपने को। क्लीयर। दैट इज स्टैप फंक्शन आप हैवी साइज यूनिट फंक्शन भी कहा जाता है। उस तो बाद है लाप्लेस ट्रांसफॉर्म ऑफ डिराक डेल्टा फंक्शन। ये भी उस तरह ही है यू टी की वैल्यू अपन डिराक डेल्टा फंक्शन किस तरह डिफाइन किया है कि जो टी की वैल्यू 0 तो एप्सिलम के विचकार है तो यदी वैल्यू 1 अपॉन एप्सिलम होएगी जो टी की वैल्यू ग्रेटर दैन एप्सिलम है यदी वैल्यू 0 हो जाएगी। तो फंक्शन अपना है लिमिट्स नू ब्रेक कर लवांगे तो 0 टू एप्सिलम वास्ते यदी वैल्यू जी हैगी 1 अपॉन एप्सिलम है तो ग्रेटर दैन एप्सिलम वास्ते यदी वैल्यू 0 पुट कर दी तो लिमिट्स पुट करके आ वाला रिजल्ट है जो बेटा याद रखना है 1 माइनस ई दी माइनस एस एप्सिलम अपॉन एस एप्सिलम। क्लीयर। सिंपली है बेटा जिहड़े भी रिजल्ट्स है ठीक है प्रूफ इन्हां दे तुसीं एडिट कर लेने हैं तो जिन्ने भी रिजल्ट्स इन्हां नूं याद रखना है क्योंकि इन्हां दे नाल ही अपने जिहड़े सम्स अगे निकलणगे रिजल्ट्स तो बिना सम्स नहीं निकलणगे। जिवें कि फर्स्ट एग्जाम्पल है कि फाइंड द लाप्लेस ट्रांसफॉर्म ऑफ एफ टी इज इक्वल टू 3t + 4। क्लीयर। अपने इहदा लाप्लेस ट्रांसफॉर्म पता करना है तो आप इनू में एफ टी की वैल्यू गिवन पुट कर दी। क्लीयर। उस तो बाद इनू की करना तुसीं सिंपल लिमिट टी अप्रोचेज इनफिनिटी लिख लिया 0 टू टी इहदा इंटीग्रल लै लोगे। इंटीग्रल दिस इज फर्स्ट टर्म दिस इज सैकेंड टर्म सॉरी दिस इज तुसीं की करना है दिस इज फर्स्ट टर्म दिस इज सैकेंड टर्म। ठीक है, इहदा इंटीग्रल लता गया बाय पार्ट्स फिर इहदा डेरीवेटिव लोगे तुसीं इहदे विच 3 आ गया क्या फिर इंटीग्रल लता इनू सॉल्व कर लोगे। इंटीग्रेशन बाय पार्ट्स किया अपने जस्ट कुछ नहीं लिमिट्स पुट कर दो सारिया तुहाडे कोले सॉल्व करके जिहड़ा है देखो इहदी वैल्यू है जी 3t + 4 अपॉन ई दी एस टी इनफिनिटी अपॉन इनफिनिटी क्योंकि इत्थे भी इनफिनिटी इत्थे भी इनफिनिटी तो एल हॉस्पिटल रूल अप्लाई करांगे आप डेरीवेटिव लै लवांगे 3 आ जाएगा तो 1 अपॉन इनफिनिटी बन जाएगा वो वैल्यू 0 होंगी है अपने को। आंसर अपने को आ गया 4 अपॉन एस + 3 अपॉन एस स्क्वेयर आ जाएगा। इस तरह तुसीं जिहड़ा है लाप्लेस इनू सॉल्व करना है। जे तुहानूं इदां लिमिट्स ब्रेक करके दी हुई है ग्रेटर दैन लेस दैन तो लिमिट्स नूं आपां ब्रेक कर लवांगे 0 टू 2π/3 तो 2π/3 टू इनफिनिटी लैस दैन 2π/3 वास्ते एफ टी की वैल्यू 0 पुट कर दी ग्रेटर दैन वास्ते आपने कोस पुट कर दिता। ठीक है, उस तो बाद आपने किया t - 2π/3 नूं y पुट करता। क्लीयर। वैल्यूज़ पुट कर लेते जिवें आप कोस वाई नूं सॉल्व किया ही सीगा एल कोस वाई की वैल्यू आप पिछे कढ़ के आए वो वैल्यू आपने इत्थे पुट कर दी एस पाउनी आप इस तरह सीधा रिजल्ट्स नूं यूज़ कर सकते हैं आंसर आ जाएगा नहीं तो उन्होंने सॉल्व करने लगे काफ़ी टाइम लग जाएगा।
क्लीयर। अगला भी इसी तरह ही है बेटा, एग्जाम्पल्स ईजी एग्जाम्पल्स है, जो कोई प्रॉब्लम होवे बेटा तुसी पूछ लेना। इस दे नाल थर्ड ए एक्सरसाइज जी तुहाडी कंप्लीट हो जाती है। नैक्सट आपां अगले लैक्चर च करदे। थैंक यू बेटा।